प्यारे विद्यार्थियों गुड मॉर्निंग। ਅੱਜ ਮੈਂ ਤੁਹਾਡੇ ਨਾਲ ਭਾਰਤ ਸਰਕਾਰ ਵੱਲੋਂ ਸਤੰਬਰ ਦਾ ਜਿਹੜਾ ਮਹੀਨਾ ਹੈ ਪੋਸ਼ਣ ਅਭਿਆਨ ਦੇ ਤਹਿਤ ਇਹ ਮਹੀਨਾ ਮਨਾਇਆ ਜਾ ਰਿਹਾ ਹੈ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਦੇਣ ਦੇ ਲਈ ਹਾਜ਼ਰ ਹੋਇਆ ਹਾਂ। ਔਰ ਇਹ ਮਹੀਨਾ ਸਾਡੇ ਪੰਜਾਬ ਸਰਕਾਰ ਵੱਲੋਂ ਵੀ ਪੋਸ਼ਣ ਮਾਹ ਵਜੋਂ ਮਨਾਇਆ ਜਾ ਰਿਹਾ ਹੈ ਔਰ ਇਸ ਦੇ ਤਹਿਤ ਹੀ ਵੱਖ-ਵੱਖ ਜਿਹੜੇ ਪ੍ਰੋਗਰਾਮ ਹਨ ਉਹ ਸਰਕਾਰ ਵੱਲੋਂ ਉਲੀਕੇ ਗਏ ਹਨ ਤਾਂ ਕਿ ਵਿਦਿਆਰਥੀਆਂ ਨੂੰ ਪੋਸ਼ਣ ਸੰਬੰਧੀ ਜਾਣਕਾਰੀ ਜਿਹੜੀ ਹੈ ਦਿੱਤੀ ਜਾਵੇ ਤੇ ਕੁਪੋਸ਼ਣ ਨੂੰ ਘੱਟ ਕੀਤਾ ਜਾਵੇ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਜਿਹੜੇ ਸਕੂਲ ਗੋਇੰਗ ਚਿਲਡਰਨ ਹਨ, ਖਾਸ ਕਰਕੇ ਸਰਕਾਰੀ ਸਕੂਲਾਂ ਦੇ ਬੱਚੇ, ਉਹ ਬਹੁਤ ਸਾਰੇ ਕੁਪੋਸ਼ਣ ਦਾ ਸ਼ਿਕਾਰ ਹਨ। ਖਾਸ ਕਰਕੇ ਲੜਕੀਆਂ ਜਿਨ੍ਹਾਂ ਦੀ ਉਮਰ 14 ਸਾਲ ਤੋਂ ਘੱਟ ਹੈ, ਉਹਨਾਂ ਦੇ ਵਿੱਚ ਖੂਨ ਦੀ ਕਮੀ ਜਿਸ ਨੂੰ ਅਸੀਂ ਐਨੀਮੀਆ ਵੀ ਕਹਿੰਦੇ ਹਾਂ ਉਹ ਦੇਖਣ ਵਿੱਚ ਬਹੁਤ ਜ਼ਿਆਦਾ ਆਉਂਦੀ ਹੈ, ਕਿਉਂਕਿ ਵੱਖ-ਵੱਖ ਸਮੇਂ 'ਤੇ ਡਾਕਟਰਾਂ ਦੀਆਂ ਟੀਮਾਂ ਜਿਹੜੀਆਂ ਹਨ ਸਕੂਲ ਦੇ ਵਿੱਚ ਆਉਂਦੀਆਂ ਹਨ ਅਤੇ ਬੱਚਿਆਂ ਨੂੰ ਵੱਖ-ਵੱਖ ਸਮੇਂ 'ਤੇ ਕੁਪੋਸ਼ਣ ਸੰਬੰਧੀ ਜਿਹੜੀ ਹੈਗੀ ਆ ਜਾਣਕਾਰੀ ਵੀ ਦਿੰਦੀਆਂ ਹਨ। ਕਿਸ ਤਰ੍ਹਾਂ ਤੁਸੀਂ ਸਾਫ਼ ਸੁਥਰੇ ਰਹਿਣਾ ਹੈ, ਆਪਣੇ ਆਪ ਨੂੰ ਕਿਸ ਤਰ੍ਹਾਂ ਸਾਫ਼ ਸੁਥਰੇ ਰੱਖਣਾ ਹੈ, ਕਿਉਂਕਿ ਤੁਹਾਡੀ ਗਰੋਇੰਗ ਏਜ ਹੈ। ਇਸ ਕਰਕੇ ਲੇਡੀ ਡਾਕਟਰ ਸਾਹਿਬਾਂ ਤੇ ਦੂਸਰੇ ਡਾਕਟਰ ਸਾਹਿਬਾਨ ਤੁਹਾਡੀ ਜਿਹੜੀ ਹੈ ਸਮੇਂ-ਸਮੇਂ 'ਤੇ ਆ ਕੇ ਚੈਕਿੰਗ ਵੀ ਕਰਦੇ ਹਨ। ਔਰ ਇਸ ਪੋਸ਼ਣ ਮਾਹ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਜਿਹੜਾ ਕੋਵਿਡ-19 ਦੇ ਪ੍ਰੋਟੋਕੋਲ ਨੂੰ ਮੁੱਖ ਰੱਖਦੇ ਹੋਏ ਇਹ ਜਾਣਕਾਰੀ ਤੁਹਾਡੇ ਤਾਈਂ ਮੁਹੱਈਆ ਕਰਾਉਣ ਦੇ ਲਈ ਵੱਖ-ਵੱਖ ਜਿਹੜੇ ਪ੍ਰੋਗਰਾਮ ਉਲੀਕੇ ਗਏ ਹਨ ਉਹਨਾਂ ਦੇ ਵਿੱਚ ਇੱਕ ਪ੍ਰੋਗਰਾਮ ਇਹ ਹੈਗਾ ਕਿ ਬੱਚਿਆਂ ਦੇ ਨਾਲ ਅਸੈਂਬਲੀ ਕੀਤੀ ਜਾਵੇ, ਜ਼ੂਮ ਮੀਟਿੰਗ ਕੀਤੀ ਜਾਵੇ, ਬੱਚਿਆਂ ਨੂੰ ਕੁਪੋਸ਼ਣ ਤੇ ਪੋਸ਼ਣ ਸੰਬੰਧੀ ਜਿਹੜੀ ਜਾਣਕਾਰੀ ਹੈਗੀ ਆ ਉਹ ਮੁਹੱਈਆ ਕੀਤੀ ਜਾਵੇ। ਔਰ ਦੂਸਰਾ ਜਿਹੜਾ ਹੈਗਾ ਤੁਹਾਡੇ ਲਈ ਇੱਕ ਐਸੇ ਰਾਈਟਿੰਗ ਕੰਪੀਟੀਸ਼ਨ ਜਿਹੜਾ ਆ ਕਰਵਾਇਆ ਜਾ ਰਿਹਾ, ਉਸ ਦੇ ਵਿੱਚ ਤੁਸੀਂ ਸਾਰਿਆਂ ਨੇ ਹੀ ਭਾਗ ਲੈਣਾ ਹੈ। ਇਹ ਕੰਪੀਟੀਸ਼ਨ ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਕਿਸੇ ਲੈਂਗੁਏਜ 'ਚ ਵੀ ਹੈ। ਇਸ ਤੋਂ ਇਲਾਵਾ ਕੁਇਜ਼ ਜਿਹੜਾ ਕੁਪੋਸ਼ਣ ਜਾਂ ਪੋਸ਼ਣ ਦੇ ਨਾਲ ਸੰਬੰਧਿਤ ਹੈ ਉਹ ਵੀ ਕਰਵਾਇਆ ਜਾ ਰਿਹਾ। ਤੋ ਆਓ ਜਾਣਦੇ ਹਾਂ ਕਿ ਕੁਪੋਸ਼ਣ ਜਿਹੜਾ ਕੀ ਹੈ ਔਰ ਇਸ ਦੇ ਕੀ ਕਾਰਨ ਹੋ ਸਕਦੇ ਹਨ। ਖਾਸ ਕਰਕੇ ਲੜਕੀਆਂ ਦੇ ਵਿੱਚ ਜਿਹੜਾ ਖੂਨ ਦੀ ਕਮੀ ਹੈ ਉਸ ਦੇ ਕੀ ਕਾਰਨ ਹਨ। ਲੜਕੀਆਂ ਜ਼ਿਆਦਾਤਰ ਕੁਪੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ ਤੇ ਘਰ ਵਾਲੇ ਵੀ ਉਹਨਾਂ ਵੱਲ ਬਹੁਤਾ ਧਿਆਨ ਨਹੀਂ ਦਿੰਦੇ, ਜਿਸ ਕਾਰਨ ਲੜਕੀਆਂ ਦੇ ਵਿੱਚ ਖੂਨ ਦੀ ਜੇ ਕਮੀ ਆ ਜਾਵੇ ਤੇ ਇਸ ਦੇ ਨਾਲ ਕੀ ਹੁੰਦਾ ਹੈ, ਖੂਨ ਦੇ ਜ਼ਰੀਏ ਹੀ ਸਾਡੇ ਬ੍ਰੇਨ ਨੂੰ ਜਿਹੜੀ ਹੈ ਆਕਸੀਜਨ ਦੀ ਸਪਲਾਈ ਹੁੰਦੀ ਹੈ ਔਰ ਇਸ ਦੇ ਵਿੱਚ ਹੀਮੋਗਲੋਬਿਨ ਆ, ਜਿਹੜੇ ਹੀਮੋਗਲੋਬਿਨਸ ਜਿਹੜੇ ਹਨ ਘਟ ਜਾਂਦੇ ਹਨ ਤੇ ਖੂਨ ਦੀ ਸਪਲਾਈ ਵੀ ਬ੍ਰੇਨ ਨੂੰ ਘਟ ਜਾਂਦੀ ਹੈ, ਜਿਸ ਦੇ ਨਾਲ ਥਕਾਨ, ਸਿਰ ਦਰਦ, ਕੰਮ ਨੂੰ ਦਿਲ ਨਾ ਕਰਨਾ, ਪੜ੍ਹਨ ਨੂੰ ਦਿਲ ਨਾ ਕਰਨਾ, ਇਹ ਸਭ ਅਲਾਮਤਾਂ ਹਨ ਕੁਪੋਸ਼ਣ ਦੀਆਂ, ਜਿਹੜੀਆਂ ਕਿ ਆਮ ਤੌਰ 'ਤੇ ਲੜਕੀਆਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਹਨ ਜਾਂ ਛੋਟੇ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਹਨ। ਕਾਰਨ ਕੀ ਹੈ ਕਿ ਜਿਸ ਵੇਲੇ ਹੀਮੋਗਲੋਬਿਨ ਦੀ ਕਮੀ ਹੈਗੀ ਆ ਤੇ ਉਸ ਦੇ ਨਾਲ ਆਇਰਨ ਦੀ ਕਮੀ ਜਿਹੜੀ ਹੈਗੀ ਆ ਬਾਡੀ ਦੇ ਵਿੱਚ ਆ ਜਾਂਦੀ ਆ। ਆਇਰਨ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਬਹੁਤੇ ਸਾਰੀਆਂ ਲੜਕੀਆਂ ਸਕੂਲਾਂ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਦਾ ਕਿ ਚਾਕ ਜਾਂ ਸਲੇਟੀਆਂ ਜਿਹੜੀਆਂ ਉਹਨਾਂ ਦਾ ਸੇਵਨ ਕਰਦੀਆਂ ਹਨ। ਤੋ ਇਹ ਜਿਹੜਾ ਹੈਗਾ ਸਾਰਾ ਕੁਝ ਸਿਹਤ ਤੇ ਬੁਰਾ ਪ੍ਰਭਾਵ ਪਾਉਂਦਾ ਹੈ, ਜਿਸ ਦੇ ਨਾਲ ਸਿਹਤਮੰਦ ਜਿਹੜਾ ਹੈਗਾ ਸਮਾਜ ਦੀ ਰਚਨਾ ਨਹੀਂ ਹੋ ਸਕਦੀ। ਇਸ ਕਰਕੇ ਸਾਡੇ ਦੇਸ਼ ਦੇ ਲਈ ਜ਼ਰੂਰੀ ਹੈ ਕਿ ਅਸੀਂ ਸਿਹਤਮੰਦ ਸਮਾਜ ਦੀ ਰਚਨਾ ਕਰੀਏ। ਤੋ ਸਿਹਤਮੰਦ ਸਮਾਜ ਦੀ ਰਚਨਾ ਤਾਂ ਹੀ ਹੋ ਸਕਦੀ ਹੈ ਜੇ ਅਸੀਂ ਪੋਸ਼ਣ ਪ੍ਰਤੀ ਜਾਂ ਕੁਪੋਸ਼ਣ ਪ੍ਰਤੀ ਜਾਗਰੂਕ ਹੋਈਏ, ਤਾਂ ਕਿ ਜਿਹੜੇ ਬੱਚਿਆਂ ਦੇ ਵਿੱਚ ਖੂਨ ਦੀ ਕਮੀ ਆ ਜਾਂਦੀ ਹੈ ਉਸ ਨੂੰ ਕਿਸ ਤਰ੍ਹਾਂ ਠੀਕ ਕਰਨਾ ਹੈ। ਤੋ ਇਸ ਦੇ ਲਈ ਸਭ ਤੋਂ ਪਹਿਲਾਂ ਸੰਤੁਲਿਤ ਭੋਜਨ। ਸੰਤੁਲਿਤ ਭੋਜਨ ਕੀ ਹੈ, ਇਹ ਆਮ ਤੌਰ 'ਤੇ ਤੁਸੀਂ ਫਿਜ਼ੀਕਲ ਦੀਆਂ ਜਿਹੜੀ ਲੈਸਨ ਹਨ ਉਸ ਦੇ ਵਿੱਚ ਤੁਹਾਨੂੰ ਹਰੇਕ ਕਲਾਸ ਦੇ ਵਿੱਚ 6ਵੀਂ ਤੋਂ ਔਨਵਰਡ ਜਿਹੜਾ ਆ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਫਿਰ ਵੀ ਮੈਂ ਦੱਸ ਦਿੰਦਾ ਕਿ ਸੰਤੁਲਿਤ ਭੋਜਨ ਜਾਂ ਬੈਲੈਂਸ ਡਾਈਟ ਉਹ ਡਾਈਟ ਹੈਗੀ ਆ ਜਿਸ ਦੇ ਵਿੱਚ ਲੋੜੀਂਦੀ ਮਾਤਰਾ ਦੇ ਵਿੱਚ ਕਾਰਬੋਹਾਈਡਰੇਟਸ, ਪ੍ਰੋਟੀਨਸ
ਮਿਨਰਲਸ, ਵਿਟਾਮਿਨ ਤੇ ਖਣਿਜ ਨੂੰ ਜਿਹੜੇ ਹੈਗੇ ਆ ਉਹ ਉਪਲਬਧ ਹੋਣ, ਉਸ ਭੋਜਨ ਨੂੰ ਅਸੀਂ ਸੰਤੁਲਿਤ ਭੋਜਨ ਕਹਿੰਦੇ ਹਾਂ। ਕੀ ਸੰਤੁਲਿਤ ਭੋਜਨ ਮਹਿੰਗਾ ਭੋਜਨ ਹੋ ਸਕਦਾ ਜਾਂ ਫਿਰ ਇਹ ਸਸਤਾ ਵੀ ਹੋ ਸਕਦਾ? ਇਹ ਡਿਪੈਂਡ ਕਰਦਾ ਆ ਕਿ ਸੰਤੁਲਿਤ ਭੋਜਨ ਜਿਹੜਾ ਹੈਗਾ ਆ ਅਸੀਂ ਵੱਧ ਤੋਂ ਵੱਧ ਜਿਹੜਾ ਹੈਗਾ ਸੰਤੁਲਿਤ ਭੋਜਨ ਜਿਹੜਾ ਆ ਕਿੱਥੋਂ ਪ੍ਰਾਪਤ ਕਰ ਸਕਦੇ ਆ, ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਆ, ਔਰ ਕਿਹੜੀਆਂ ਜਿਹੜੀਆਂ ਹੈਗੀਆਂ ਗਾਈਡਲਾਈਨ ਉਹ ਸਾਨੂੰ ਹੈਲਪ ਕਰ ਸਕਦੀਆਂ। ਤੋ ਸਮ ਜਨਰਲ ਗਾਈਡਲਾਈਨ ਆਫ ਹੈਲਥੀ ਈਟਿੰਗ ਹੈਬਿਟਸ ਜਿਹੜੀਆਂ ਹਨ ਅਸੀਂ ਜੇ ਅਪਣਾਵਾਂਗੇ ਤੇ ਉਹਦੇ ਨਾਲ ਕੁਪੋਸ਼ਣ ਤੋਂ ਅਸੀਂ ਬਚ ਸਕਦੇ ਹਾਂ। ਇਹ ਜ਼ਰੂਰੀ ਨਹੀਂ ਕਿ ਮਹਿੰਗਾ ਭੋਜਨ ਜਾਂ ਜੰਕ ਫੂਡ ਜਿਹੜਾ ਸਾਡੇ ਸਰੀਰ ਨੂੰ ਖਰਾਬ ਕਰਦਾ ਉਸ ਦੇ ਵਿੱਚ ਹੀ ਵੱਧ ਮਾਤਰਾ ਦੇ ਵਿੱਚ ਜਿਹੜੇ ਹਨ ਮਿਨਰਲ, ਵਿਟਾਮਿਨ ਤੇ ਕਾਰਬੋਹਾਈਡਰੇਟ ਹਨ। ਸਿੰਪਲ ਘਰ ਦਾ ਜਿਹੜਾ ਭੋਜਨ ਹੈ ਉਸ ਦੇ ਵਿੱਚ ਵੀ ਮਿਨਰਲ, ਕਾਰਬੋਹਾਈਡਰੇਟ, ਪ੍ਰੋਟੀਨ ਤੇ ਵਿਟਾਮਿਨ ਜਿਹੜੇ ਹਨ, ਜਿਹੜੇ ਸਾਡੀ ਬਾਡੀ ਦੇ ਲਈ ਲੋੜੀਂਦੀ ਮਾਤਰਾ ਦੇ ਵਿੱਚ ਚਾਹੀਦੇ ਹਨ, ਉਹ ਅਵੇਲੇਬਲ ਹਨ। ਤੋ ਇਸ ਦੇ ਲਈ ਜਿਹੜੀਆਂ ਗਾਈਡਲਾਈਨਸ ਹਨ ਉਹ ਤੁਹਾਡੇ ਨਾਲ ਮੈਂ ਸਾਂਝੀਆਂ ਕਰਨ ਜਾ ਰਿਹਾ। ਪਹਿਲੀ ਗਾਈਡਲਾਈਨ ਦੇ ਵਿੱਚ ਨਾਟ ਟੂ ਸਕਿਪ ਐਨੀ ਮੀਲ। ਪਹਿਲਾ ਕੰਮ ਹੈ ਕਦੀ ਵੀ ਭੁੱਖੇ ਨਾ ਰਹੋ। ਮਤਲਬ ਦਿਨ ਦੇ ਵਿੱਚ 3 ਵਾਰ ਜਿਹੜਾ ਹੈਗਾ ਭੋਜਨ ਉਹ ਕੀਤਾ ਜਾਂਦਾ ਹੈਗਾ ਆ, ਔਰ ਇਸ ਨੂੰ ਸਕਿਪ ਨਾ ਕੀਤਾ ਜਾਵੇ, ਛੱਡਿਆ ਨਾ ਜਾਵੇ। ਥੋੜਾ ਖਾਧਾ ਜਾਵੇ, ਥੋੜੇ ਸਮੇਂ ਬਾਅਦ ਖਾਧਾ ਜਾਵੇ। ਤੋ ਭੋਜਨ ਦੇ ਵਿਚਲਾ ਜਿਹੜਾ ਗੈਪ ਹੈਗਾ ਉਸ ਦੇ ਵਿੱਚ ਕੁਝ ਹਲਕਾ ਫੁਲਕਾ ਜਿਹੜਾ ਆ ਉਹ ਖਾ ਕੇ ਆਪਣੇ ਜਿਹੜੀ ਬਾਡੀ ਦੇ ਵਿੱਚ ਲੋੜੀਂਦੀ ਮਾਤਰਾ ਦੇ ਵਿੱਚ ਜਿਹੜੇ ਸਾਨੂੰ ਮਿਨਰਲ ਚਾਹੀਦੇ ਆ, ਖਣਿਜ ਪਦਾਰਥ ਚਾਹੀਦੇ ਆ, ਉਸ ਨੂੰ ਪੂਰਾ ਕੀਤਾ ਜਾਵੇ। ਤੋ ਜਿਸ ਤਰ੍ਹਾਂ ਗਰੋਇੰਗ ਏਜ ਦੇ ਵਿੱਚ ਬੱਚੇ ਜਿਹੜੇ ਹੈਗੇ ਆ ਉਹਨਾਂ ਦੇ ਲਈ ਸਾਡੇ ਦੇਸ਼ ਦੇ ਵਿੱਚ ਔਰ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਇਹ ਸੁਜੈਸਟ ਕੀਤਾ ਗਿਆ ਕਿ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਵੀ ਦਿੱਤਾ ਜਾਵੇ। ਮਿਡ ਡੇ ਮੀਲ ਦਾ ਮੇਨ ਮਕਸਦ ਕੀ ਹੈਗਾ ਕਿ ਬੱਚਾ ਜਿਹੜਾ ਡਿਵੈਲਪਿੰਗ ਏਜ ਦੇ ਵਿੱਚ ਹੈਗਾ ਉਸ ਦੇ ਬ੍ਰੇਨ ਦੀ ਡਿਵੈਲਪਮੈਂਟ ਹੋਣੀ ਆ, ਉਸ ਨੂੰ ਪ੍ਰੋਟੀਨ ਦੀ ਜ਼ਰੂਰਤ ਆ। ਤੋ ਪ੍ਰੋਟੀਨ ਤਾਂ ਬੱਚਾ ਘਰੋਂ ਵੀ ਲੈ ਰਿਹਾ, ਪਰ ਇਸ ਪ੍ਰੋਟੀਨ ਦੇ ਨਾਲ ਐਕਸਟਰਾ ਪ੍ਰੋਟੀਨ ਜਿਹੜੀ ਹੈਗੀ ਆ, ਐਕਸਟਰਾ ਜਿਹੜਾ ਹੈਗਾ ਕਾਰਬੋਹਾਈਡਰੇਟ, ਮਿਨਰਲ ਤੇ ਵਿਟਾਮਿਨ ਜਿਹੜੇ ਹਨ, ਜਿਹੜੇ ਬੱਚੇ ਦੀ ਬਾਡੀ ਦੇ ਲਈ ਗਰੋਥ ਤੇ ਡਿਵੈਲਪਮੈਂਟ ਦੇ ਲਈ ਜ਼ਰੂਰੀ ਹਨ, ਉਹ ਜਿਹੜੇ ਹਨ ਮਿਡ ਡੇ ਮੀਲ ਦੇ ਵਿੱਚ ਐਕਸਟਰਾ ਡੋਜ਼ ਦੇ ਰੂਪ ਦੇ ਵਿੱਚ ਦਿੱਤੀ ਜਾਵੇ। ਇਹ ਇਕੱਲਾ ਸਾਡੇ ਦੇਸ਼ ਦੇ ਵਿੱਚ ਹੀ ਨਹੀਂ, ਡਿਵੈਲਪ ਕੰਟਰੀ ਦੇ ਵਿੱਚ ਵੀ ਜਿਹੜੇ ਬੱਚੇ ਹਨ ਉਹਨਾਂ ਨੂੰ ਇਹ ਜਿਹੜੀ ਹੈਗੀ ਆ ਮਿਡ ਡੇ ਮੀਲ ਸਕੀਮ ਉੱਥੇ ਵੀ ਚੱਲ ਰਹੀ ਆ, ਔਰ ਮਿਡ ਡੇ ਮੀਲ ਜਿਹੜਾ ਹੈਗਾ ਉੱਥੇ ਵੀ ਦਿੱਤਾ ਜਾਂਦਾ, ਤਾਂ ਕਿ ਬੱਚੇ ਦੀ ਜਿਹੜੀ ਹੈਗੀ ਆ ਡਿਵੈਲਪਮੈਂਟ ਉਹ ਬੈਲੈਂਸਡ ਹੋਵੇ। ਸੈਕੰਡ ਹੈ ਲਰਨ ਸਿੰਪਲ ਵੇ ਟੂ ਪ੍ਰਪੇਅਰ ਦਾ ਫੂਡ। ਆਮ ਤੌਰ ਤੇ ਅਸੀਂ ਬਹੁਤ ਜ਼ਿਆਦਾ ਤਲਿਆ ਜਿਹੜਾ ਹੈਗਾ ਆ ਘਰਾਂ ਦੇ ਵਿੱਚ ਖਾਣਾ ਪਸੰਦ ਕਰਦੇ ਆ। ਤੋ ਤਲੇ ਭੋਜਨ ਦੇ ਵਿੱਚ ਬਹੁਤ ਸਾਰੇ ਸਾਡੇ ਜਿਹੜੇ ਮਿਨਰਲਸ, ਵਿਟਾਮਿਨਸ ਜਾਂ ਉਹਦੇ ਵਿੱਚ ਪੌਸ਼ਟਿਕ ਤੱਤ ਜਿਹੜੇ ਹਨ ਉਹ ਨਸ਼ਟ ਹੋ ਜਾਂਦੇ ਆ। ਤੋ ਇਹ ਜਿਹੜਾ ਹੈਗਾ ਆ ਸਾਨੂੰ ਭੁੱਖ ਵੀ ਨਹੀਂ ਲੱਗਣ ਦਿੰਦਾ ਤੇ ਦੇਰ ਤੱਕ ਜਿਹੜਾ ਹੈਗਾ ਅਸੀਂ ਪਾਣੀ ਪੀ ਕੇ ਜਿਹੜਾ ਹੈ ਇਸ ਭੋਜਨ ਨੂੰ ਪਚਾਉਣ ਦੀ ਕੋਸ਼ਿਸ਼ ਕਰਦੇ ਆ। ਤੋ ਹੋਰ ਘਰ ਦੇ ਵਿਚਲਾ ਜਿਹੜਾ ਭੋਜਨ ਹੈਗਾ ਆ ਇਸ ਤਰ੍ਹਾਂ ਦਾ ਪਕਾਉਣਾ ਹੈਗਾ, ਸਿੰਪਲ ਵੇ ਦੇ ਨਾਲ ਪਕਾਉਣਾ ਹੈਗਾ ਜਿਹੜਾ ਖਾਣ ਨੂੰ ਸਵਾਦ ਲੱਗੇ, ਔਰ ਨਾਲ ਦੀ ਨਾਲ ਇਹ ਜਿਹੜਾ ਭੋਜਨ ਹੈ ਸਿੰਪਲ ਹੋਣਾ ਚਾਹੀਦਾ। ਸਿੰਪਲ ਦਾ ਮਤਲਬ ਪੱਕਿਆ ਹੋਇਆ ਤੇ ਇਸ ਦੇ ਵਿੱਚ ਫੈਟਸ ਜਿਹੜੇ ਹਨ ਘੱਟ ਤੋਂ ਘੱਟ ਹੋਣੇ ਚਾਹੀਦੇ ਹਨ। ਈਟ ਮੋਰ ਰਾ ਫੂਡ ਸੱਚ ਐਜ਼ ਸਲਾਦ, ਫਰੂਟਸ ਐਂਡ ਵੈਜੀਟੇਬਲਸ। ਤੋ ਭੋਜਨ ਦੇ ਵਿੱਚ ਵੱਧ ਤੋਂ ਵੱਧ ਕੱਚਾ ਜਿਹੜਾ ਭੋਜਨ ਹੈ ਜਿਸ ਨੂੰ ਅਸੀਂ ਸਲਾਦ ਕਹਿੰਦੇ ਹਨ, ਮੂਲੀਆਂ ਹਨ, ਸ਼ਲਗਮ ਹਨ, ਗਾਜਰਾਂ ਹਨ, ਠੀਕ ਹੈ, ਖੀਰੇ ਹਨ, ਚੁਕੰਦਰ ਹੈ, ਇਸ ਦਾ ਇਸਤੇਮਾਲ ਨਾਲ ਦੀ ਨਾਲ, ਫਲਾਂ ਦਾ ਇਸਤੇਮਾਲ ਨਾਲ ਦੀ ਨਾਲ ਭੋਜਨ ਦੇ ਵਿੱਚ ਜਿਹੜੀ ਵੈਜੀਟੇਬਲ ਆ, ਹਰੀਆਂ ਸਬਜ਼ੀਆਂ, ਪਾਲਕ ਹੈ ਜਿਸ ਦੇ ਵਿੱਚ ਆਇਰਨ ਦੀ ਬਹੁਤ ਸਾਰੀ ਮਾਤਰਾ ਹੈ, ਪਾਲਕ, ਮੇਥੀ, ਚਲਾਈ, ਸਾਗ ਹੈ, ਸਰੋਂ ਦਾ ਅੱਜ ਕੱਲ੍ਹ ਜਿਹੜਾ ਆਉਣ ਵਾਲਾ ਹੈ ਜਾਂ ਆ ਰਿਹਾ ਹੈ, ਇਹ ਸਾਰਾ ਕੁਝ ਸੰਤੁਲਿਤ ਭੋਜਨ ਦਾ ਹੀ ਅੰਗ ਹਨ ਜਿਸ ਦੇ ਵਿੱਚੋਂ ਸਾਨੂੰ ਬਹੁਤ ਸਾਰੇ ਜਿਹੜੇ ਹਨ ਆਇਰਨ ਯੁਕਤ ਇਹ ਪਦਾਰਥ ਹਨ ਤੇ ਆਇਰਨ ਜਿਹੜਾ ਹੈਗਾ ਵੱਧ ਮਾਤਰਾ 'ਚ ਮਿਲਦਾ, ਜਿਸ ਦੇ ਨਾਲ ਸਾਡੀ ਬਾਡੀ ਦੇ ਵਿੱਚ ਜਿਹੜੀ ਆ ਅਨੀਮੀਆ ਦੀ ਘਾਟ ਉਹ ਪੂਰੀ ਹੋ ਜਾਂਦੀ ਹੈ। ਤੋ ਜਿਸ ਵੇਲੇ ਖਾਣਾ ਖਾਧਾ ਜਾਵੇ
that should be in player mode। ਆਮ ਤੌਰ ਤੇ ਬੱਚਿਆਂ 'ਚ ਦੇਖਿਆ ਗਿਆ ਕਿ ਖਿੱਚ ਕੇ ਖਾਣਾ ਖਾਂਦੇ ਆ ਤੇ ਉਹ ਖਾਣਾ ਜਿਹੜਾ ਹੈਗਾ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਪਚਦਾ ਨਹੀਂ। ਨੈਕਸਟ ਟਿਪ ਹੈਗਾ ਕਿ ਡੋਂਟ ਓਵਰ ਈਟ। ਓਵਰ ਈਟ ਜਿਸ ਵੇਲੇ ਆਪਣਾ ਮਨ ਭਰ ਜਾਵੇ ਔਰ ਉਸ ਤੋਂ ਵੱਧ ਜਿਹੜਾ ਖਾਣਾ ਆ ਉਸ ਨੂੰ ਨਾ ਖਾਧਾ ਜਾਵੇ। ਤੋ ਖਾਣਾ ਉੱਥੇ ਖਾਣਾ ਛੱਡ ਦਿੱਤਾ ਜਾਵੇ ਜਦੋਂ ਆਪਣਾ ਜਿਹੜਾ ਹੈਗਾ ਪੇਟ ਭਰ ਕੇ ਜਿਸਲੇ ਭਰ ਗਿਆ ਹੈਗਾ ਉਸ ਤੋਂ ਬਾਅਦ ਖਾਣਾ ਜਿਹੜਾ ਆ ਐਕਸਟਰਾ ਨਾ ਖਾਧਾ ਜਾਵੇ। ਇਸ ਦੇ ਨਾਲ ਤੁਹਾਡਾ ਵਜ਼ਨ ਜਿਹੜਾ ਹੈਗਾ ਵੱਧਦਾ ਹੈਗਾ। ਵਜ਼ਨ ਨੂੰ ਕੰਟਰੋਲ ਕਰਨ ਦੇ ਲਈ ਖਾਣਾ ਉਨਾ ਹੀ ਖਾਧਾ ਜਾਵੇ ਜਿੰਨਾ ਕਿ ਤੁਹਾਡੇ ਸਰੀਰ ਨੂੰ ਲੋੜੀਂਦਾ ਹੈਗਾ। ਪ੍ਰੋਟੀਨ ਦੀ ਲੋੜ ਜਿਹੜੀ ਹੈਗੀ ਆ ਸਾਡੇ ਸਰੀਰ ਦੇ ਲਈ, ਬ੍ਰੇਨ ਦੇ ਲਈ ਵੀ ਜ਼ਰੂਰੀ ਹੈਗੀ ਆ ਤੇ ਲਚਕਤਾ ਦੇ ਲਈ ਵੀ ਜ਼ਰੂਰੀ ਹੈਗੀ ਆ। ਇਸ ਲੋੜ ਨੂੰ ਪੂਰਾ ਕਰਨ ਦੇ ਲਈ ਦਾਲਾਂ ਦਾ ਇਸਤੇਮਾਲ ਕੀਤਾ ਜਾ ਸਕਦਾ, ਪਨੀਰ ਦਾ ਇਸਤੇਮਾਲ ਕੀਤਾ ਜਾ ਸਕਦਾ, ਦੁੱਧ ਦਾ ਇਸਤੇਮਾਲ ਕੀਤਾ ਜਾ ਸਕਦਾ। ਤੋ ਇਹਨਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਪ੍ਰੋਟੀਨ ਦੀ ਮਾਤਰਾ ਜਿਹੜੀ ਹੈਗੀ ਆ ਤੁਹਾਨੂੰ ਉਪਲਬਧ ਹੋ ਜਾਂਦੀ ਹੈਗੀ। ਇਸੇ ਤਰ੍ਹਾਂ ਹੀ ਬਾਹਰ ਤੋਂ ਜਿਹੜੀ ਖਾਣ ਪੀਣ ਦੀ ਆਦਤ ਹੈਗੀ ਆ ਉਸ ਨੂੰ ਘਟਾ ਕੇ ਘਰ ਦਾ ਬਣਿਆ ਖਾਣਾ ਹੀ, ਅੱਜ ਕੱਲ੍ਹ ਤਾਂ ਵੈਸੇ ਸਾਰੇ ਹੀ ਘਰ ਦਾ ਬਣਿਆ ਖਾਣਾ ਖਾ ਰਹੇ ਆ ਕਿਉਂਕਿ ਬਾਹਰ ਦੇ ਖਾਣੇ ਦੇ ਵਿੱਚ ਥੋੜੀ ਜਿਹੀ ਕੋਵਿਡ ਦੇ ਚੱਲਦੇ ਥੋੜਾ ਜਿਹਾ ਡਰ ਲੱਗਦਾ ਆ। ਇਸ ਕਰਕੇ ਘਰ ਦਾ ਬਣਿਆ ਖਾਣਾ ਹੀ ਜਿਹੜਾ ਹੈਗਾ ਖਾਇਆ ਜਾਵੇ ਤੇ ਬਾਹਰਲਾ ਖਾਣਾ ਜਿਹੜਾ ਹੈਗਾ ਉਸ ਨੂੰ ਅਵੋਇਡ ਕੀਤਾ ਜਾਵੇ। ਕੁਝ ਲੋਕ ਉਹ ਖਾਣਾ ਖਾਂਦੇ ਆ, ਪੀਪਲ ਯੂਜ਼ ਟੂ ਈਟ ਲੈਸ ਹੈਲਦੀ ਫੂਡ, ਜਿਸ ਦੇ ਵਿੱਚ 버ਗਰ, ਪੀਜ਼ਾ ਜਾਂ ਹੋਰ ਬਹੁਤ ਸਾਰੇ ਜਿਹੜੇ ਖਾਣੇ ਹਨ ਬਾਹਰ ਤੋਂ ਮੰਗਾ ਕੇ ਖਾਧੇ ਜਾਂਦੇ ਹਨ। ਇਹ ਸਾਰੇ ਦੇ ਸਾਰੇ ਸਵਾਦਿਸ਼ਟ ਤਾਂ ਹੁੰਦੇ ਹਨ ਪਰ ਇਹਨਾਂ ਦਾ ਜਿਹੜਾ ਬਾਡੀ ਨੂੰ ਫਾਇਦਾ ਹੈ ਉਹ ਬਹੁਤ ਘੱਟ ਹੁੰਦਾ ਹੈ। ਇਸ ਕਰਕੇ ਇਹਨਾਂ ਨੂੰ ਅਵੋਇਡ ਕੀਤਾ ਜਾਵੇ। ਤੋ ਆਟਾ ਜਿੱਥੋਂ ਤੱਕ ਹੋ ਸਕਦਾ ਉਹ ਬੂਰੇ ਵਾਲਾ ਹੀ ਖਾਧਾ ਜਾਵੇ। ਬੂਰਿਆ ਕੱਢਿਆ ਆਟਾ ਜਿਹੜਾ ਹੈਗਾ ਉਸ ਦੇ ਵਿੱਚ ਫਾਈਬਰ ਜਿਹੜੇ ਘਟ ਜਾਂਦੇ ਹਨ। ਸਾਡੇ ਸਰੀਰ ਨੂੰ ਫਾਈਬਰ ਦੀ ਵੀ ਜ਼ਰੂਰਤ ਹੈ ਔਰ ਪੇਟ ਦੀ ਸਫਾਈ ਦੇ ਲਈ ਇਹ ਬਹੁਤ ਜ਼ਰੂਰੀ ਹੈ। ਔਰ ਇਸ ਤੋਂ ਅੱਗੇ ਫੈਟ ਜਿਹੜੇ ਹਨ, ਫੈਟੀ ਫੂਡ, ਫੈਟ ਸ਼ੁੱਡ ਬੀ ਯੂਜ਼ਡ ਐਜ਼ ਮਿਨੀਮਮ ਐਜ਼ ਪੋਸੀਬਲ। ਜਿੱਥੋਂ ਤੱਕ ਸੰਭਵ ਆ ਉਹ ਫੈਟ ਨੂੰ ਜਿਹੜਾ ਹੈਗਾ ਘੱਟ ਤੋਂ ਘੱਟ ਯੂਜ਼ ਕੀਤਾ ਜਾਵੇ। ਵਿਟਾਮਿਨ ਸੀ ਜਿਹੜਾ ਹੈਗਾ ਸਾਡੀ ਬਾਡੀ ਦੇ ਲਈ ਬਹੁਤ ਜ਼ਰੂਰੀ ਆ ਔਰ ਇਹ ਬਾਡੀ ਦੇ ਵਿੱਚ ਸਟੋਰ ਨਹੀਂ ਕੀਤਾ ਜਾ ਸਕਦਾ। ਇਸ ਲਈ ਇਸ ਦੀ ਲੋੜੀਂਦੀ ਮਾਤਰਾ ਜਿਹੜੀ ਹੈਗੀ ਆ ਡੇਲੀ ਰੂਟੀਨ ਦੇ ਵਿੱਚ ਚਾਹੀਦੀ ਹੈ, ਜਿਸ ਦੇ ਨਾਲ ਸਾਡੀ ਇਮਿਊਨਿਟੀ ਜਿਹੜੀ ਹੈਗੀ ਆ ਬਣੀ ਰਹਿੰਦੀ ਆ। ਤੋ ਖਾਣੇ ਦੇ ਵਿੱਚ ਨਿੰਬੂ ਯੁਕਤ ਜਿੰਨੇ ਵੀ ਪਦਾਰਥ ਹਨ, ਮਸੰਮੀਆਂ ਹਨ, ਸੰਤਰੇ ਹਨ, ਉਹਨਾਂ ਦਾ ਇਸਤੇਮਾਲ ਕੀਤਾ ਜਾਵੇ ਤਾਂ ਕਿ ਬਾਡੀ ਨੂੰ ਜਿਹੜਾ ਵਿਟਾਮਿਨ ਸੀ ਹੈਗਾ ਉਸ ਦੀ ਲੋੜੀਂਦੀ ਮਾਤਰਾ ਜਿਹੜੀ ਆ ਉਪਲਬਧ ਹੁੰਦੀ ਰਹੇ ਤੇ ਸਾਡੀ ਬਾਡੀ ਜਿਹੜੀ ਹੈਗੀ ਆ ਹੈਲਥੀ ਰਹੇ। ਤੋ ਨਾਲ ਦੀ ਨਾਲ ਕੁਝ ਇੱਕ ਹੈਲਥੀ ਟਿਪਸ ਹਨ। ਜਿਸ ਤਰ੍ਹਾਂ ਜੇ ਖਾਣਾ ਜਿਹੜਾ ਹੈਗਾ ਆ ਉਹ ਹੈਲਥੀ ਅਸੀਂ ਖਾਂਦੇ ਹੈਗੇ ਆ ਤੇ ਬਾਡੀ ਨੂੰ ਫਿਟ ਰੱਖਣ ਦੇ ਲਈ ਸਾਨੂੰ ਯੋਗ ਤੇ ਐਕਸਰਸਾਈਜ਼ ਇਹ ਵੀ ਰੈਗੂਲਰ ਕਰਨੀ ਚਾਹੀਦੀ ਆ, ਜਿਸ ਦੇ ਨਾਲ ਸਾਡਾ ਜਿਹੜਾ ਬਾਡੀ ਦਾ ਜਿਹੜਾ ਬੈਲੈਂਸ ਹੈਗਾ ਉਹ ਬਣਿਆ ਰਹਿੰਦਾ ਆ। ਸਾਡੀ ਬਾਡੀ ਦੇ ਵਿੱਚ ਲਚਕਤਾ ਬਣੀ ਰਹਿੰਦੀ ਆ, ਥਕਾਨ ਨਹੀਂ ਹੁੰਦੀ ਤੇ ਅਸੀਂ ਸਿਹਤਮੰਦ ਜ਼ਿੰਦਗੀ ਜਿਹੜੀ ਹੈਗੀ ਆ ਉਹ ਬਿਤਾ ਸਕਦੇ ਆ। ਤੋ ਇਹ ਸਨ ਪਿਆਰੇ ਵਿਦਿਆਰਥੀਓ ਕੁਝ ਟਿਪਸ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਆ ਔਰ ਇਹਨਾਂ ਟਿਪਸ ਤੋਂ ਤੁਹਾਨੂੰ ਹੋ ਸਕਦਾ ਬਹੁਤ ਸਾਰੀ ਜਾਣਕਾਰੀ ਜਿਹੜੀ ਹਾਸਲ ਹੋਈ ਹੋਵੇ ਔਰ ਇਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਤੁਸੀਂ ਅਪਣਾ ਕੇ ਇੱਕ ਵਧੀਆ ਸ਼ੈਲੀ ਜਿਹੜੀ ਹੈਗੀ ਆ ਜੀਵਨ ਦੀ ਜੀ ਸਕਦੇ ਆ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।